Hello viewers, welcome to my channel. I'm your educator Akashdeep Kaur Brad. Today we will analyze the prose work On Letter Writing by A.G. Gardiner. On Letter Writing is a prose work by A.G. Gardiner. A.G. Gardiner was an English journalist, editor and author. His essays, written under the pen name Alpha of the Plough, are highly regarded. ਐਕਚੁਅਲੀ ਏ.ਜੀ. ਗਾਰਡੀਨਰ ਨੇ ਆਪਣੇ ਐਸੇ ਇੱਕ ਪੈਨ ਨੇਮ ਦੇ ਅੰਡਰ ਲਿਖੇ ਸੀ ਅਲਫਾ ਆਫ ਦ ਪਲਾਉ. He was a remarkable essayist who wrote on various topics ranging from social issues to personal experiences. ਉਹ ਇੱਕ ਰਿਮਾਰਕੇਬਲ ਐਸੀਇਸਟ ਹੈ ਜਿਨੇ ਬਹੁਤ ਸਾਰੇ ਟੌਪਿਕਸ ਦੇ ਉੱਤੇ ਐਸੇਸ ਲਿਖੇ. ਜਿਵੇਂ ਮਤਲਬ ਟੌਪਿਕਸ ਕਿਹੜੀ ਰੇਂਜ ਦੇ ਸੀਗੇ? ਸੁਸਾਇਟੀ ਨਾਲ ਲਿੰਕਡ ਬਹੁਤ ਸਾਰੇ ਇਸ਼ੂਜ਼ ਨੇ ਦੇ ਬਾਰੇ ਵਿੱਚ ਉਹਨੇ ਐਸੇ ਲਿਖੇ. ਆਪਣੇ ਪਰਸਨਲ ਐਕਸਪੀਰੀਐਂਸਿਸ ਬਾਰੇ ਵੀ ਐਸੇ ਲਿਖੇ. He used techniques such as humor, irony and satire to lighten his tone and make his essays more engaging. Actually ਉਹਨੇ ਆਪਣੇ essays ਦੇ ਵਿੱਚ humor use ਕੀਤਾ, ਹਸਾਉਣ ਦਾ element ਮਤਲਬ ਹਸਾਉਣਾ, then irony ਕਿ ਉਹ ਕੁਝ ਕਹਿ ਰਿਹਾ ਹੈ ਤੇ ਉਹਨੂੰ ਮਤਲਬ ਐਜ਼ ਰੀਡਰਸ ਵੀ ਅੰਡਰਸਟੈਂਡ ਕਿ ਵਾਟ ਹੀ ਵਾਂਟਸ ਟੂ ਸੇ, ਐਂਡ ਸੈਟਾਇਰ ਬਟ ਮਤਲਬ ਉਹਨੂੰ ਕਿਸੇ ਆਇਰਨੀ ਹੈ ਕਿ ਕੁਝ ਡਿਫਰੈਂਟ ਤਰੀਕੇ ਨਾਲ ਆਪੋਜ਼ਿਟ ਤਰੀਕੇ ਨਾਲ ਕੁਝ ਕਿਹਾ ਗਿਆ ਹੋਏ ਬਟ ਐਜ਼ ਰੀਡਰਸ ਵੀ ਅੰਡਰਸਟੈਂਡ ਕਿ ਉਹ ਐਕਚੁਅਲੀ ਕਹਿਣਾ ਕੀ ਚਾਹੁੰਦਾ ਹੈ. ਸੈਟਾਇਰ ਵਿਅੰਗ ਵੀ ਹੈ ਉਹਦੇ ਐਸੇਸ ਦੇ ਵਿੱਚ ਤੇ ਉਹ ਇਸ ਲਈ ਯੂਜ਼ ਕਰਦਾ ਹੈ ਇਹ ਚੀਜ਼ਾਂ ਆਪਣੇ ਐਸੇ ਦੇ ਵਿੱਚ ਬਿਕਾਜ਼ ਉਹ ਐਸੇ ਨੂੰ ਜ਼ਿਆਦਾ ਚਾਹੁੰਦਾ ਹੈ ਕਿ ਐਸੇ ਦੇ ਵਿੱਚ ਜਿਹੜੇ ਰੀਡਰਸ ਹੈ ਉਹ ਜ਼ਿਆਦਾ ਇੰਟਰਸਟ ਲੈਣ. ਇਸੇ ਕਰਕੇ he uses these techniques to make his essays more engaging. He was a master of the periodical essay who taught the basic truths of life in an easy and amusing manner. ਪੀਰੀਓਡਿਕਲ ਐਸੇ ਮਤਲਬ ਜਿਹੜਾ ਕਿ ਜਿਵੇਂ ਹੁਣ ਕੀ ਹੁੰਦਾ ਟੀਵੀ ਦੇ ਉੱਤੇ ਐਪੀਸੋਡਸ ਆਉਂਦੇ ਆ ਨਾ, ਜਿਵੇਂ ਕੋਈ ਮੰਡੇ ਐਪੀਸੋਡ ਆਇਆ ਕਿਸੇ ਸੀਰੀਅਲ ਦਾ, ਫਿਰ ਕਈ ਵਾਰੀ ਮਤਲਬ ਹਫਤੇ ਦੇ ਹਰ ਦਿਨ ਆਉਂਦੀ ਹੈ ਜਾਂ ਫਿਰ ਉਹ ਕਿਸੇ ਜਿਵੇਂ ਇੱਕ ਮੰਡੇ ਆ ਗਿਆ ਐਪੀਸੋਡ ਫਿਰ ਅਗਲੇ ਮੰਡੇ ਆਊਗਾ. ਸੋ ਉਹ ਕੀ ਹੁੰਦਾ ਹੈ ਜਿਵੇਂ ਐਪੀਸੋਡਸ ਟੀਵੀ ਦੇ ਉੱਤੇ ਆਉਂਦੇ ਆ ਉਵੇਂ ਉਸ ਟਾਈਮ ਤੇ ਐਸੇਸ ਦੇ ਪੀਰੀਓਡਿਕਲ ਐਸੇ ਹੁੰਦੇ ਸੀਗੇ ਜਿਹਦਾ ਮਤਲਬ ਹੁੰਦਾ ਸੀ ਜਿਵੇਂ ਕੁਝ ਦਿਨ ਹੁੰਦੇ ਸੀ ਲਾਈਕ ਕੋਈ ਐਸੇ ਹੋਊਗਾ ਜਿਵੇਂ ਮੰਡੇ ਟਿਊਸਡੇ ਆਉਂਦਾ ਸੀਗਾ, ਫਿਰ ਨੈਕਸਟ ਮੰਡੇ ਟਿਊਸਡੇ ਉਹਦਾ ਪਾਰਟ ਅਗਲਾ ਆਉਂਦਾ ਸੀ. ਇਸ ਤਰ੍ਹਾਂ ਪੀਰੀਓਡਿਕਲ ਐਸੇਸ ਹੁੰਦੇ ਸੀਗੇ ਤੇ ਔਰ ਏ.ਜੀ. ਗਾਰਡੀਨਰ ਨੇ ਬਹੁਤ ਸਾਰੇ ਪੀਰੀਓਡਿਕਲ ਐਸੇਸ ਲਿਖੇ ਜਿਨ੍ਹਾਂ ਦੇ ਵਿੱਚ ਉਹਨੇ ਬਹੁਤ ਹੀ ਈਜ਼ੀ ਲੈਂਗੁਏਜ ਯੂਜ਼ ਕੀਤੀ, ਬਹੁਤ ਅਮਿਊਜ਼ਿੰਗ, ਬਹੁਤ ਮਤਲਬ ਹਸਾਉਂਦੇ ਹੋਏ ਰੀਡਰਸ ਨੂੰ ਜ਼ਿੰਦਗੀ ਦੀ ਸੱਚਾਈ ਨਾਲ ਰੂਬਰੂ ਕਰਵਾਇਆ. In this essay, the writer stresses on the art of writing letters. ਇਹ essay ਜਿਹੜਾ on letter writing title ਤੋਂ ਹੀ ਪਤਾ ਲੱਗਦਾ ਹੈ ਕਿ ਇਹ art of writing letters ਨਾਲ concerned ਹੈ essay. He laments that the art of letter writing has become a lost art due to the advent of penny post, telegraph, the telegram and the typewriter. Laments ਮਤਲਬ ਉਹ ਅਫਸੋਸ ਕਰਦਾ ਹੈ ਇਸ ਗੱਲ ਤੇ ਕਿ ਅੱਜ ਜਿਹੜੀ ਹੈਗੀ ਹੈ ਲੈਟਰ ਲਿਖਣ ਦੀ ਇੱਕ ਕਲਾ ਹੁਣ ਉਹ ਬਿਲਕੁਲ ਚਲੀ ਗਈ ਹੈ. ਕਿਉਂ? ਕਿਉਂਕਿ ਅੱਜ ਕੱਲ੍ਹ ਪੈਨੀ ਪੋਸਟ ਵਿਚ ਮੀਨਸ ਕਿ ਜਿਹੜੀ ਲੈਟਰਸ ਹੈ ਉਹ ਉਹਨਾਂ ਨੂੰ ਜਦੋਂ ਅਸੀਂ ਪੋਸਟ ਕਰਦੇ ਹਾਂ ਤਾਂ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ. ਟੈਲੀਗ੍ਰਾਫ, ਹੁਣ ਟੈਲੀਗ੍ਰਾਫ ਆ ਗਈ ਹੈ, ਟੈਲੀਫੋਨਸ ਆ ਗਏ ਹੈ, ਟਾਈਪਰਾਈਟਰਸ ਆ ਗਏ ਹੈ, ਤਾਂ ਹੁਣ ਇਹਦਾ ਇੰਨਾ ਜ਼ਿਆਦਾ ਜਿਹੜਾ ਇਹ ਕਲਾ ਹੈ ਇਹ ਹੁਣ ਹੌਲੀ ਹੌਲੀ ਦਮ ਤੋੜਦੀ ਜਾ ਰਹੀ ਹੈ. He feels that a modern man is so busy in his daily life that he has no time to write beautiful letters that were once common. ਕਹਿੰਦਾ ਹੁਣ ਕੀ ਹੈ ਕਿ ਮਾਡਰਨ ਮੈਨ ਇੰਨੀ ਜ਼ਿਆਦਾ ਭੱਜ ਦੌੜ ਦੀ ਜ਼ਿੰਦਗੀ ਵਿੱਚ ਲੱਗਿਆ ਹੋਇਆ ਹੈ, ਉਹ ਆਪਣੀ ਡੇਲੀ ਲਾਈਫ ਵਿੱਚ ਇੰਨਾ ਬਿਜ਼ੀ ਹੈ ਕਿ ਉਹਦੇ ਕੋਲੇ ਕੋਈ ਟਾਈਮ ਹੀ ਨਹੀਂ ਕੋਈ ਚੰਗੀਆਂ ਲੈਟਰਸ ਲਿਖਣ ਦਾ, ਜਦੋਂ ਕਿ ਕਿਸੇ ਟਾਈਮ ਤੇ ਇਹ ਬਹੁਤ ਕਾਮਨ ਸੀ ਬਿਊਟੀਫੁਲ ਲੈਟਰਸ ਲਿਖਣਾ. He also underlines the thought that there are many people who are unable to express themselves or put their thoughts, feelings and emotions into words. ਇਸ ਐਸੇ ਵਿੱਚ ਉਹ ਸਾਨੂੰ ਇਹ ਵੀ ਦੱਸਦਾ ਹੈ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੈ ਜਿਹੜੀਆਂ ਆਪਣੀਆਂ ਫੀਲਿੰਗਸ, ਥਾਟਸ ਤੇ ਇਮੋਸ਼ਨਸ ਨੂੰ ਸ਼ਬਦਾਂ ਰਾਹੀਂ ਪੇਸ਼ ਹੀ ਨਹੀਂ, ਮਤਲਬ ਲਿਖ ਕੇ ਉਹ ਕਿਸੇ ਅੱਗੇ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਹੀ ਨਹੀਂ ਕਰ ਪਾਉਂਦੇ. The essay
begins with a stray bit of conversation between two soldiers. ਅਸੀਂ ਦੇਖਦੇ ਹਾਂ ਕਿ ਐਸੇ ਦੀ ਬਿਗਨਿੰਗ ਦੇ ਵਿੱਚ ਦੋ ਸੋਲਜਰਸ ਹੈ, ਬਿਲ ਤੇ ਸੈਮ, ਜਿਹੜੇ ਕਿ ਬ੍ਰਦਰਸ ਹੈ। ਉਹ ਰੇਲਵੇ ਸਟੇਸ਼ਨ ਤੇ ਖੜੇ ਹੋਏ ਹੈ ਤੇ ਆਪਸ ਵਿੱਚ ਗੱਲਾਂ ਕਰ ਰਹੇ ਹੈ। ਗਾਰਡੀਨਰ ਓਵਰਹੀਅਰਸ देयर ਕਨਵਰਸੇਸ਼ਨ। ਏਜੀ ਗਾਰਡੀਨਰ ਓਵਰਹੀਅਰ ਮਤਲਬ ਉਹ ਸੁਣ ਲੈਂਦਾ ਹੈ ਉਹਨਾਂ ਦੀਆਂ ਗੱਲਾਂ। The two young men are discussing that it is very difficult to write letters to one's parents and relatives from the battlefront. ਦੋਨੋਂ ਸੋਲਜਰਸ ਇਹ ਗੱਲਾਂ ਕਰ ਰਹੇ ਹੈ ਕਿ ਜਦੋਂ ਬੈਟਲ ਫਰੰਟ ਤੇ ਅਸੀਂ ਬੈਟਲ ਫਰੰਟ ਤੇ ਗਏ ਹੁੰਨੇ ਆ ਤਾਂ ਉਸ ਟਾਈਮ ਤੇ ਆਪਣੇ ਪੇਰੈਂਟਸ ਨੂੰ ਜਾਂ ਰਿਲੇਟਿਵਸ ਨੂੰ ਲੈਟਰਸ ਲਿਖਣੀਆਂ ਬਹੁਤ ਮੁਸ਼ਕਿਲ ਹੈ। Bill says that while writing a letter to his family, he needs to be very careful that no one is left out because it can make others feel offended. ਉਹ ਕਹਿੰਦਾ ਕਿ ਬਿਲ ਕਹਿੰਦਾ ਕਿ ਜਦੋਂ ਮੈਂ ਆਪਣੀ ਫੈਮਿਲੀ ਮੈਂਬਰਸ ਨੂੰ ਲੈਟਰ ਲਿਖਦਾ ਤਾਂ ਮੈਂ ਇਸ ਗੱਲ ਦਾ ਬਹੁਤ ਧਿਆਨ ਰੱਖਦਾ ਹਾਂ ਕਿ ਇਹ ਨਾ ਹੋਵੇ ਕਿ ਕੋਈ ਕਿਸੇ ਮੈਂਬਰ ਬਾਰੇ ਪੁੱਛਣਾ ਮੈਂ ਭੁੱਲ ਜਾਵਾਂ, ਬਿਕਾਜ਼ ਇਹਦੇ ਨਾਲ ਕੀ ਹੋਊਗਾ, offended ਮਤਲਬ ਉਹ ਗੁੱਸੇ ਹੋ ਸਕਦੇ ਹੈ। Both brothers feel that writing such letters is difficult as compared to writing love letters, which can be filled up with crosses when one has nothing left to say. ਦੋਨੋਂ ਬ੍ਰਦਰਸ ਨੂੰ ਇਹ ਲੱਗਦਾ ਹੈ ਕਿ ਪੇਰੈਂਟਸ ਨੂੰ ਜਾਂ ਰਿਲੇਟਿਵਸ ਨੂੰ ਲੈਟਰਸ ਲਿਖਣੀਆਂ ਜ਼ਿਆਦਾ ਮੁਸ਼ਕਿਲ ਹੈ। ਲਵ ਲੈਟਰਸ ਲਿਖਣੀਆਂ ਸੌਖੀਆਂ ਕਿਉਂਕਿ ਜਦੋਂ ਤੁਹਾਡੇ ਦਿਮਾਗ 'ਚ ਕੁਝ ਨਹੀਂ ਹੁੰਦਾ ਲਿਖਣ ਨੂੰ ਤਾਂ ਉਸ ਟਾਈਮ ਤੇ ਤੁਸੀਂ ਲਵ ਲੈਟਰ ਵਿੱਚ ਕ੍ਰੋਸਸ ਭਰ ਸਕਦੇ ਹੋ। The train moves and Gardiner tells us that Bill has participated in a number of exciting battles, but somehow the act of writing paralyzes him. ਤਾਂ ਸਾਨੂੰ ਗਾਰਡੀਨਰ ਦੱਸਦਾ ਹੈ ਕਿ ਬਿਲ ਇੱਕ ਐਵੇਂ ਦਾ ਸੋਲਜਰ ਹੈ ਜਿਹਨੇ ਪਤਾ ਨਹੀਂ ਕਿੱਡੇ ਵੱਡੀਆਂ ਵੱਡੀਆਂ ਲੜਾਈਆਂ ਵਿੱਚ ਹਿੱਸਾ ਲਿਆ ਹੈ, ਪਰ ਜਦੋਂ ਉਹ ਲੈਟਰ ਲਿਖਣ ਲੱਗਦਾ ਹੈ ਜਿਵੇਂ ਉਹਨੂੰ ਪੈਰਾਲਿਸਿਸ ਹੋ ਜਾਂਦਾ ਹੈ, ਵਿਚ ਮੀਨਸ ਕਿ ਜਿਵੇਂ ਅਧਰੰਗ ਹੋ ਜਾਂਦਾ ਹੈ ਤੇ ਉਹ ਲਿਖ ਹੀ ਨਹੀਂ ਪਾਉਂਦਾ। There has been much letter writing today and much of it is good writing. ਅੱਜ ਬਹੁਤ ਸਾਰੀ ਲੈਟਰਸ ਲਿਖੀਆਂ ਜਾਂਦੀਆਂ ਤੇ ਚੰਗੀਆਂ ਵੀ ਲਿਖੀਆਂ ਜਾਂਦੀਆਂ, but still there are thousands and thousands of young fellows like Bill who, when try to write letters, discover that they have no gift of self-expression. ਪਰ ਹਜ਼ਾਰਾਂ ਹੀ ਇਹੋ ਜਿਹੇ ਯੰਗ ਲੋਕ ਹੈਗੇ ਆ ਬਿਲ ਵਰਗੇ ਜਿਹੜੇ ਜਦੋਂ ਲੈਟਰਸ ਲਿਖਣ ਲੱਗਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਆਪਣੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰ ਪਾਉਣਗੇ, ਮਤਲਬ ਉਹ ਤਾਂ ਕੁਝ ਲਿਖ ਹੀ ਨਹੀਂ ਪਾਉਣਗੇ, ਵਰਡਸ ਦੇ ਥਰੂ ਆਪਣੇ ਆਪ ਨੂੰ ਦੂਜਿਆਂ ਤੱਕ ਐਕਸਪ੍ਰੈਸ ਨਹੀਂ ਕਰ ਪਾਉਣਗੇ। ਇਟ ਇਜ਼ ਨਾਟ ਦੈਟ ਦੇ ਆਰ ਸਟੂਪਿਡ, ਇਹ ਨਹੀਂ ਹੈ ਵੀ ਉਹ ਇੰਟੈਲੀਜੈਂਟ ਨਹੀਂ ਹੈ ਜਾਂ ਉਹ ਮਤਲਬ ਦੇ ਆਰ ਡਲ, ਇਹ ਗੱਲ ਨਹੀਂ ਹੈਗੀ। It is only that they cannot express the atmosphere they live in concrete words. ਸਿਰਫ ਪ੍ਰੋਬਲਮ ਕੀ ਹੈ ਕਿ ਉਹ ਜਿਸ ਜਗ੍ਹਾ ਤੇ ਰਹਿ ਰਹੀ ਹੈ, ਜਿਸ ਤਰ੍ਹਾਂ ਰਹਿ ਰਹੀ ਹੈ, ਉਹਨੂੰ ਉਹ ਵਰਡਸ ਦੇ ਵਿੱਚ ਐਕਸਪ੍ਰੈਸ ਨਹੀਂ ਕਰ ਪਾਉਂਦੇ। They need a friendly lead. ਫਰੈਂਡਲੀ ਲੀਡ ਮਤਲਬ ਜਦੋਂ ਉਹ ਕਿਸੇ ਨਾਲ ਫਰੈਂਡਸ ਹੋ ਜਾਂਦੇ ਹੈ, ਕੋਈ ਉਹਨਾਂ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ, when they have got that, they can talk well enough. ਤੇ ਜੇ ਕਿਸੇ ਨਾਲ ਉਹ ਓਪਨ ਅਪ ਹੋ ਜਾਂਦੇ ਹੈ, ਫਰੈਂਡਸ ਬਣ ਜਾਂਦੇ ਹੈ, ਤਾਂ ਉਹ ਬਹੁਤ ਗੱਲਾਂ ਕਰ ਸਕਦੇ ਹੈ, ਬਟ ਸਟਿਲ ਕਾਂਟ ਪੁੱਟ ਦੇਅਰ ਫੀਲਿੰਗਸ ਇਨ ਵਰਡਸ ਇਫ ਦੇ ਟਰਾਈ ਟੂ ਰਾਈਟ। ਪਰ ਜੇ ਲਿਖਣ ਦੀ ਕੋਸ਼ਿਸ਼ ਕਰਦੇ ਆਪਣੀਆਂ ਫੀਲਿੰਗਸ ਨੂੰ, ਫਿਰ ਉਹ ਐਕਸਪ੍ਰੈਸ ਨਹੀਂ ਕਰ ਪਾਉਂਦੇ, ਗੱਲਾਂ ਜ਼ਰੂਰ ਕਰ ਸਕਦੇ ਹੈ। The writers like Cooper, Horace Walpole, Byron, Lamb, Carlyle wrote their ਇਮੋਰਟਲ ਲੈਟਰਸ। ਇਹ ਉਹ ਰਾਈਟਰ ਸੀ ਜਿਨ੍ਹਾਂ ਨੇ ਐਵੇਂ ਦੀਆਂ ਲੈਟਰਸ ਲਿਖੀਆਂ। ਇਮੋਰਟਲ ਹੁੰਦਾ ਜਿਹੜਾ ਕਦੀ ਮਰਦਾ ਨਹੀਂ, ਤਾਂ ਮਤਲਬ ਹਮੇਸ਼ਾ ਜ਼ਿੰਦਾ ਰਹਿਣਗੀਆਂ, ਐਵੇਂ ਦੀਆਂ ਲੈਟਰਸ ਲਿਖੀਆਂ। He feels that there are two main reasons for this. ਉਹਨਾਂ ਦੀਆਂ ਲੈਟਰਸ ਇਮੋਰਟਲ ਕਿਉਂ ਸੀ? ਦੋ ਕਾਰਨ ਸੀ। One, they had more leisure as compared to the modern man. ਅੱਜ ਦੇ modern man ਦੀ ਕੰਪੈਰੀਜ਼ਨ ਵਿੱਚ ਉਦੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਕੋਲੇ ਜ਼ਿਆਦਾ ਟਾਈਮ ਸੀ, ਇਸੇ ਕਰਕੇ ਉਹ ਆਰਾਮ ਨਾਲ ਆਪਣੀਆਂ ਲੈਟਰਸ ਨੂੰ ਬਿਊਟੀਫੁਲੀ ਲਿਖ ਪਾਉਂਦੇ ਸੀ। ਸੈਕਿੰਡ, ਦ ਕਾਸਟ ਆਫ ਪੋਸਟਿੰਗ ਅ ਲੈਟਰ ਵਾਸ ਹੈਵੀ। ਉਸ ਟਾਈਮ ਤੇ ਜੇਕਰ ਲੈਟਰ ਲਿਖਣੀ ਹੁੰਦੀ ਸੀ ਤੇ ਪੋਸਟ ਕਰਨੀ ਹੁੰਦੀ ਸੀ ਤਾਂ ਬਹੁਤ ਐਕਸਪੈਂਸਿਵ ਸੀ, which made it a serious affair, ਜਿਹਦੇ ਕਰਕੇ ਲੋਕ ਇਹਨੂੰ ਸੀਰੀਅਸਲੀ ਲੈਂਦੇ ਸੀ, and hence a matter of great importance, ਤੇ ਇਹਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਸੀ ਲੈਟਰ ਰਾਈਟਿੰਗ ਨੂੰ। But today, the writer says that very few of us take the letter writing seriously.
ਪਰ ਅੱਜ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ। ਬਹੁਤ ਘੱਟ ਲੋਕ ਹੈ ਜਿਹੜੇ ਇਹਨੂੰ ਸੀਰੀਅਸਲੀ ਲੈਂਦੇ ਹੈ। The advent of penny post has killed the art of letter writing ਕਿਉਂਕਿ ਜਿਹੜੀ ਪੋਸਟ ਹੈ ਉਹ ਬਹੁਤ ਜ਼ਿਆਦਾ ਚੀਪ ਹੋ ਗਈ ਹੈ ਕਿਉਂਕਿ ਉਹ ਜ਼ਿਆਦਾ ਪੈਸੇ ਨਹੀਂ ਲੱਗਦੇ ਉਹਦੇ ਤੇ, ਇਸੇ ਕਰਕੇ ਹਰ ਕੋਈ ਲਿਖਣ ਲੱਗ ਗਿਆ ਹੈ ਤੇ ਇਸ ਗੱਲ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿ ਇੱਕ ਚੰਗੀ ਲੈਟਰ ਲਿਖੀ ਜਾਵੇ। The scarcity of a thing always increases its value ਜਦੋਂ ਕੋਈ ਚੀਜ਼ ਦੀ ਕਮੀ ਹੁੰਦੀ ਹੈ ਤਾਂ ਉਹ ਚੀਜ਼ ਦੀ ਵੈਲਿਊ ਜ਼ਿਆਦਾ ਹੁੰਦੀ ਹੈ। If diamonds were as plentiful as pebbles, we would not stoop to pick them up. ਜੇਕਰ ਡਾਇਮੰਡਸ ਜਿਵੇਂ ਪੱਥਰਾਂ ਦੀ ਤਰ੍ਹਾਂ ਹੀ ਹਰ ਜਗ੍ਹਾ ਤੇ ਪਏ ਹੁੰਦੇ ਤਾਂ ਸਾਨੂੰ ਡਾਇਮੰਡਸ ਦੀ ਵੈਲਿਊ ਨਹੀਂ ਹੋਣੀ ਸੀ ਤੇ ਅਸੀਂ ਉਹਦੇ ਵੱਲ ਧਿਆਨ ਵੀ ਨਹੀਂ ਦੇਣਾ ਸੀ। ਬਿਲਕੁਲ ਉਵੇਂ ਅੱਜ ਲੈਟਰ ਰਾਈਟਿੰਗ ਚੀਪ ਹੋ ਗਈ ਹੈ, ਲੈਟਰਸ ਬਹੁਤ ਜ਼ਿਆਦਾ ਲਿਖੀਆਂ ਜਾਂਦੀਆਂ, ਇਸੇ ਕਰਕੇ ਉਹਨਾਂ ਦੀ ਵੈਲਿਊ ਬਾਰੇ ਸਾਨੂੰ ਪਤਾ ਹੀ ਨਹੀਂ। Modern people do not write literary letters. ਅੱਜ-ਕੱਲ ਲੋਕ literary letters ਨਹੀਂ ਲਿਖਦੇ। The problem is that they are unable to put great things that happened in their lives into words. Actually ਉਹ ਆਪਣੀ ਜ਼ਿੰਦਗੀ ਦੀਆਂ ਚੀਜ਼ਾਂ ਨੂੰ ਸ਼ਬਦਾਂ ਰਾਹੀਂ ਲਿਖ ਕੇ ਦੂਜਿਆਂ ਤੱਕ ਪਹੁੰਚਾ ਨਹੀਂ ਸਕਦੇ। Gardiner goes on to show how a good letter is written. ਫਿਰ ਗਾਰਡੀਨਰ ਸਾਨੂੰ ਉਹ ਰੈਸਪੀ ਦੱਸਦਾ ਹੈ ਜਿੰਦੇ ਥਰੂ ਇੱਕ ਚੰਗੀ ਲੈਟਰ ਲਿਖੀ ਜਾਂਦੀ ਹੈ। According to him, one should always concentrate on small details of one's day-to-day life and trivial incidents. ਗਾਰਡੀਨਰ ਸਾਨੂੰ ਦੱਸਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੀਆਂ ਇਹ ਨਹੀਂ ਕਿ ਬਹੁਤ ਵੱਡੀਆਂ ਅਸੀਂ ਕੋਈ ਪ੍ਰਾਪਤੀਆਂ ਕਰੀਏ ਫਿਰ ਹੀ ਉਹਦੇ ਬਾਰੇ ਲੈਟਰ ਲਿਖਣੀ ਹੈ। ਉਹ ਕਹਿੰਦਾ ਕਿ ਸਾਨੂੰ ਜ਼ਿੰਦਗੀ ਦੀਆਂ ਛੋਟੀਆਂ ਚੀਜ਼ਾਂ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਛੋਟੇ ਹਾਦਸੇ, ਛੋਟੇ ਇਨਸੀਡੈਂਟਸ, ਉਹਨਾਂ ਦੇ ਬਾਰੇ ਵਿੱਚ ਲੈਟਰ 'ਚ ਲਿਖਣਾ ਚਾਹੀਦਾ ਹੈ। One should adhere to the conversational tone. ਤੇ ਸਾਡੀ ਟੋਨ ਕੀ ਹੋਣੀ ਚਾਹੀਦੀ? ਕਨਵਰਸੇਸ਼ਨਲ, ਵਿਚ ਮੀਨਸ ਜਿਵੇਂ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਇਸ ਤਰ੍ਹਾਂ ਸਾਨੂੰ ਲੈਟਰ ਨੂੰ ਲਿਖਣਾ ਚਾਹੀਦਾ ਹੈ। This creates a living picture of writer's everyday life. ਇਸ ਤਰ੍ਹਾਂ ਕੀ ਹੁੰਦਾ ਹੈ ਕਿ ਜਿਹੜਾ ਲੈਟਰ ਲਿਖ ਰਿਹਾ ਉਹਦੀ ਜ਼ਿੰਦਗੀ ਦੀ ਇੱਕ ਜ਼ਿੰਦਾ ਜਾਗਦੀ ਹੋਈ ਪਿਕਚਰ ਸਾਡੇ ਸਾਹਮਣੇ ਆ ਜਾਂਦੀ ਹੈ। Carlyle wrote a letter from Scott's Bridge to his brother Alec in Canada. ਕਾਰਲਾਈਲ ਨੇ ਇੱਕ ਲੈਟਰ ਲਿਖੀ ਸੀਗੀ ਜਦੋਂ ਸਕਾਟਸ ਬ੍ਰਿਜ ਵਿੱਚ ਸੀਗਾ ਆਪਣੇ ਬ੍ਰਦਰ ਐਲਿਕ ਨੂੰ ਜਿਹੜਾ ਕਿ ਕੈਨੇਡਾ 'ਚ ਸੀ। He begins talking about his mother who was sitting at his back and trying to write to Alec. ਉਹ ਲੈਟਰ ਨੂੰ ਵਿੱਚ ਉਹਨੇ ਲਿਖਿਆ ਕਿ ਮਦਰ ਜਿਹੜੀ ਹੈ ਉਹ ਮੇਰੇ ਬੈਕ ਤੇ ਬੈਠੀ ਹੋਈ ਹੈ ਤੇ ਐਲਿਕ ਤੈਨੂੰ ਲੈਟਰ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ। They had a bright fire lit in the room. ਉਹਨੇ ਦੱਸਿਆ ਕਿ ਕਮਰੇ ਦੇ ਵਿੱਚ ਫਾਇਰ ਜਗ ਰਹੀ ਹੈ। Jenny and her children were clearing up the things in the other end of the house. Jenny ਤੇ ਉਹਦੇ ਬੱਚੇ ਕੀ ਕਰ ਰਹੇ ਸੀ ਉਸ ਟਾਈਮ ਤੇ? ਉਹਨੇ ਦੱਸਿਆ ਕਿ ਘਰ ਦੇ ਵਿੱਚ ਕੁਝ ਚੀਜ਼ਾਂ ਨੂੰ ਕਲੀਅਰ ਅਪ ਕਰਨਾ ਹੈ, ਸਾਫ਼ ਕਰਨਾ ਹੈ ਤੇ ਉਹ ਜਾਂ ਉੱਥੋਂ ਹਟਾਉਣੀਆਂ ਉਹ ਕਰ ਰਹੇ ਸੀ। And downstairs winter operations of the farm were going on. ਤੇ ਜਦੋਂ ਅਸੀਂ ਸਟੇਅਰਸ ਉੱਤਰ ਕੇ ਨੀਚੇ ਜਾਂਦੇ ਤਾਂ ਉਹਨੇ ਲਿਖਿਆ ਸੀਗਾ ਕਿ ਵਿੰਟਰ ਆਪਰੇਸ਼ਨਸ ਚੱਲ ਰਹੀ ਹੈ, ਫਾਰਮ ਦੀਆਂ ਜੋ ਕੁਝ ਕੰਮ ਹੋਣੇ ਸੀਗੇ ਵਿੰਟਰ ਵਾਲੇ ਉਹ ਚੱਲ ਰਹੀ ਹੈ। So we can easily imagine how Alec while reading this letter had got the picture. ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਐਲਿਕ ਨੂੰ ਸਾਰੀ ਪਿਕਚਰ ਮਿਲ ਗਈ ਹੋਣੀ ਹੈ ਕਿ ਘਰੇ ਕੀ ਕੁਝ ਹੋ ਰਿਹਾ ਹੈ of the activities going on in his house. ਤਾਂ ਇਹਦੇ ਤੋਂ ਪਤਾ ਲੱਗ ਜਾਂਦਾ ਹੋਊਗਾ ਉਹਨੂੰ ਕਿ ਘਰ ਦੇ ਵਿੱਚ ਕੀ ਚੀਜ਼ਾਂ ਚੱਲ ਰਹੀਆਂ ਹੈ। ਸੋ ਇੱਕ ਪੂਰੀ ਕਲੀਅਰ ਪਿਕਚਰ ਔਰ ਉਹਨੇ ਕੀ ਲਿਖਿਆ? ਕਾਰਲਾਈਲ ਨੇ ਛੋਟੀਆਂ ਈਵੈਂਟਸ ਬਾਰੇ ਲਿਖਿਆ ਸੀ ਲੈਟਰ ਵਿੱਚ। ਐਵੇਂ ਹੀ ਸਾਨੂੰ ਵੀ ਛੋਟੀਆਂ ਈਵੈਂਟਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। Keats, a great poet, wrote a letter to his brother George and his wife in America. Keats ਨੇ ਆਪਣੇ ਬ੍ਰਦਰ ਜਾਰਜ ਤੇ ਜਾਰਜ ਦੀ ਵਾਈਫ ਦੋਨਾਂ ਨੂੰ ਲੈਟਰ ਲਿਖੀ ਸੀ ਜਿਹੜੀ ਕਿ ਅਮਰੀਕਾ ਵਿੱਚ ਸੀ। He had described how he had been to see his mother who had laughed at his bad jokes and with whom he went out to tea at Mrs. Miller's. ਕੀਟਸ ਨੇ ਇਸ ਲੈਟਰ ਵਿੱਚ ਆਪਣੇ ਬ੍ਰਦਰ ਤੇ ਉਹਦੀ ਵਾਈਫ ਨੂੰ ਲਿਖਿਆ ਸੀਗਾ ਕਿ ਕੀ ਕੁਝ ਲਿਖਿਆ ਸੀਗਾ ਕਿ ਮੈਂ ਕਿਵੇਂ ਮੈਂ ਆਪਣੀ ਮਦਰ ਨੂੰ ਮਿਲਣ ਗਿਆ ਤੇ ਉੱਥੇ ਮਦਰ ਨਾਲ ਮੈਂ ਬੈਡ ਜੋਕਸ ਮੈਂ ਕਈ ਜੋਕਸ ਸ਼ੇਅਰ ਕੀਤੇ that were not
गुड, मतलब ਇਹ ਕੋਈ ਬਾਹਲੇ ਹਾਸੇ ਵਾਲੇ ਨਹੀਂ ਸੀ, ਬਟ ਸਟਿਲ ਮਦਰ ਨੇ ਮੇਰੇ ਜੋਕਸ ਤੇ ਹੱਸ ਰਹੀ ਸੀ। ਤੇ ਐਂਡ ਵਿਦ whom he went out, ਤੇ ਅਸੀਂ ਦੋਨੋਂ ਜਣੇ, ਮੈਂ ਤੇ ਮੇਰੇ ਮਦਰ, ਮਿਸਿਸ ਮਿਲਰਸ ਦੇ ਚਾਹ ਪੀਣ ਲਈ ਗਏ। ਸੋ ਉਹਨੇ ਛੋਟੀਆਂ ਛੋਟੀਆਂ ਈਵੈਂਟਸ ਬਾਰੇ ਉਹਨੂੰ ਆਪਣੇ ਬ੍ਰਦਰ ਜੋਸ਼ ਤੇ ਉਹਦੀ ਵਾਈਫ ਨੂੰ ਲਿਖਿਆ। ਉਹ ਕਿਉਂ ਉਹਨੇ ਲਿਖਿਆ? ਕਿਉਂਕਿ ਉਹ ਇੱਕ ਪਿਕਚਰ ਦੇਣਾ ਚਾਹੁੰਦਾ ਸੀ, ਤਾਂ ਕਿ ਉਹਨੂੰ ਇਸ ਤਰ੍ਹਾਂ ਫੀਲ ਨਾ ਹੋਵੇ ਕਿ ਜੋਸ਼ ਨੂੰ ਇਸ ਤਰ੍ਹਾਂ ਫੀਲ ਨਾ ਹੋਵੇ ਕਿ ਉਹ ਬਹੁਤ ਦੂਰ ਬੈਠਾ, ਉਹਨੂੰ ਇਸ ਤਰ੍ਹਾਂ ਲੱਗੇ ਕਿ ਮੈਂ ਘਰੇ ਹੀ ਬੈਠਾ ਹੋਇਆ। He intended to give a real picture of their lives and succeeded in it. ਉਹ ਇੱਕ ਰੀਅਲ ਪਿਕਚਰ ਦੇਣਾ ਚਾਹੁੰਦਾ ਸੀ ਉਸ ਟਾਈਮ ਜੋ ਜ਼ਿੰਦਗੀ ਜਿਵੇਂ ਚੱਲ ਰਹੀ ਸੀਗੀ, ਐਂਡ ਉਹ ਬੜੀ ਟਰੂਲੀ ਤੇ ਓਨੈਸਟਲੀ ਉਹਨੇ ਉਹ ਪਿਕਚਰ ਜੋਸ਼ ਨੂੰ ਦਿੱਤੀ ਆਪਣੀ ਲੈਟਰ ਦੇ ਥਰੂ। A.G. Gardiner gives a recipe for writing great letters, ਤੇ ਇਹੀ ਰੈਸਪੀ A.G. Gardiner ਨੇ ਦੱਸੀ ਹੈ ਕਿ great letters ਕਿਵੇਂ ਲਿਖੀਆਂ ਜਾਂਦੀਆਂ। The letters written with intimate details of everyday life kills distance and makes one's presence in absence. ਜਦੋਂ letters ਦੇ ਵਿੱਚ ਅਸੀਂ ਛੋਟੀਆਂ-ਛੋਟੀਆਂ intimate personal details ਆਪਣੀ ਰੋਜ਼ਮਰਾ ਦੀ ਜ਼ਿੰਦਗੀ ਬਾਰੇ ਲਿਖਦੇ ਹਾਂ, ਤੇ ਇਹਦੇ ਨਾਲ ਕੀ ਹੁੰਦਾ, ਜੇ ਕੋਈ ਦੂਰ ਵੀ ਬੈਠਾ ਹੋਇਆ ਬੰਦਾ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਸਾਡੇ ਕੋਲੇ ਹੀ ਬੈਠਾ ਹੋਇਆ ਹੈ। ਐਂਡ ਮੇਕਸ ਵਨਸ ਪ੍ਰੈਜ਼ੈਂਸ ਇਨ ਐਬਸੈਂਸ, ਮਤਲਬ ਉਸ ਜਗ੍ਹਾ ਤੇ ਐਬਸੈਂਟ ਹੁੰਦਿਆਂ ਵੀ, ਕਿਤੇ ਹੋਰ ਪ੍ਰੈਜ਼ੈਂਟ ਹੁੰਦਿਆਂ ਵੀ ਉਸ ਬੰਦੇ ਨੂੰ ਲੱਗਦਾ ਹੈ ਜਿਵੇਂ ਉਹ ਆਪਣੇ ਹੀ ਲੋਕਾਂ ਦੇ ਨਾਲ ਉੱਥੇ ਹੀ ਬੈਠਾ ਤੇ ਪ੍ਰੈਜ਼ੈਂਟ ਹੈ। ਇਟਸ ਫੈਮਿਲੈਰਿਟੀ ਇਜ਼ ਇਟਸ ਸਟਰੈਂਥ। ਐਵੇਂ ਦੀ ਲੈਟਰਸ ਦੇ ਵਿੱਚ ਜਿਹੜੀ ਫੈਮਿਲੈਰਿਟੀ ਹੈ, ਮਤਲਬ ਇੱਕ ਦੂਜੇ ਨੂੰ ਦੀ ਜਾਣ ਪਛਾਣ, ਜਿੰਨਾ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਇੱਕ ਦੂਜੇ ਦੇ ਬਾਰੇ ਵਿੱਚ ਲਿਖ ਰਹੇ ਹਾਂ, ਉਹੀ ਉਸ ਲੈਟਰ ਦੀ ਸਟਰੈਂਥ ਹੁੰਦੀ ਹੈ। The letters that are orderly and stately can be a good essay but not a good letter. ਜੇਕਰ ਵੈਸੇ ਹੁੰਦਾ ਤਾਂ ਇਹੀ ਹੈ, ਕੀਟਸ ਨੇ ਵੀ ਆਪਣੀ ਲੈਟਰ 'ਚ ਲਿਖਿਆ ਸੀ ਕਿ ਜੋ ਕੁਝ ਮੇਰੇ ਦਿਮਾਗ ਵਿੱਚ ਆ ਰਿਹਾ ਮੈਂ ਉਹਨੂੰ ਉਵੇਂ ਹੀ ਲਿਖੀ ਜਾ ਰਿਹਾ, ਮੈਂ ਕੋਈ ਆਰਡਰ ਫੋਲੋ ਨਹੀਂ ਕਰ ਰਿਹਾ। ਸੋ ਲੈਟਰਸ ਵਿੱਚ ਕੋਈ ਆਰਡਰ ਫੋਲੋ ਨਹੀਂ ਕੀਤਾ ਜਾਂਦਾ ਵੀ ਆਹ ਚੀਜ਼ ਮੈਂ ਪਹਿਲਾਂ ਲਿਖੂੰਗਾ, ਆਹ ਚੀਜ਼ ਮੈਂ ਬਾਅਦ ਵਿੱਚ ਲਿਖੂੰਗਾ। ਜੋ ਚੀਜ਼ ਤੁਹਾਡੇ ਦਿਮਾਗ ਵਿੱਚ ਜਿਵੇਂ ਆਉਂਦੀ ਜਾਂਦੀ ਹੈ ਉਹਨੂੰ ਉਵੇਂ ਹੀ ਲਿਖਦੇ ਜਾਓ, ਕਿਉਂਕਿ ਜਦੋਂ ਆਰਡਰ ਵਿੱਚ ਲਿਖੋਗੇ ਤਾਂ ਉਹ ਇੱਕ ਚੰਗਾ ਐਸੇ ਤਾਂ ਬਣ ਸਕਦਾ ਹੈ, ਪਰ ਇੱਕ ਚੰਗੀ ਲੈਟਰ ਨਹੀਂ ਬਣ ਸਕਦੀ। ਸੋ A.J. Gardiner advises the reader to review the art of letter writing by constant practice. ਸੋ A.J. Gardiner ਐਡਵਾਈਸ ਕਰਦਾ ਹੈ ਰੀਡਰ ਨੂੰ ਕਿ ਤੁਸੀਂ ਆਪਣੀ ਲੈਟਰ ਰਾਈਟਿੰਗ ਨੂੰ ਇੰਪਰੂਵ ਕਰ ਸਕਦੇ ਹੋ ਥਰੂ ਕੌਨਸਟੈਂਟ ਪ੍ਰੈਕਟਿਸ ਕਰਨ ਦੇ ਥਰੂ ਤੁਹਾਡੀ ਲੈਟਰ ਰਾਈਟਿੰਗ ਜਿਹੜੀ ਹੈ ਉਹ ਇੰਪਰੂਵ ਹੋ ਸਕਦੀ ਹੈ। That is all for today. I hope it had been helpful and fruitful for you all. And so it's my humble request to all of you to like, subscribe my channel. That's all.